ਹੌਲੀ ਹੌਲੀ ਇਹ ਮੇਰਾ ਪ੍ਰੋਫੈਸ਼ਨ ਬਣ ਗਿਆ। ਮੈਨੂੰ ਪਤਾ ਵੀ ਨਹੀਂ ਲੱਗਿਆ ਜਿਵੇਂ ਜਿਵੇਂ ਮੈंने ਅੱਗੇ ਸਟੱਡੀ ਕੀਤੀ, ਫਿਰ ਕਾਲਜ ਦੇ ਵਿੱਚ ਮੈंने ਐਂਟਰੀ ਕੀਤੀ ਕਿ ਤੁਸੀਂ ਹੋ ਨਾ ਗੀਤਾ ਸ਼ਰਮਾ, ਹੈ ਨਾ, ਜਿਹਦੀ ਅਪਰੋਚ ਨਾਲ ਐਡਮਿਸ਼ਨ ਹੋਈ ਹੈ। ਮੇਰੇ ਮਨ ਨੂੰ ਥੋੜਾ ਜਿਹਾ ਫੀਲ ਹੋਇਆ ਕਿ ਨਹੀਂ ਵੀ ਮੈਨੂੰ ਅੱਛਾ ਨਹੀਂ ਲੱਗਿਆ। ਘਰ ਬੈਠ ਕੇ ਸਾਰਾ ਦਿਨ ਨੈਕ ਨੀਚੇ ਕਰਕੇ ਤੁਸੀਂ ਕੰਮ ਕਰਨਾ, ਉਹ ਨੈਚੁਰਲ ਹੈ, ਤੁਹਾਨੂੰ ਸਰਵਾਈਕਲ ਪ੍ਰੋਬਲਮ ਹੋਏਗੀ। ਹੁਣ ਅੱਜ ਦੇ ਟਾਈਮ 'ਚ ਇਹ ਹੈ, ਕੋਈ ਵੀ ਮੈਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਕੋਈ ਵੀ ਮੈਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ, ਮੇਰੇ ਹਸਬੈਂਡ ਮੇਰੇ ਸਭ ਤੋਂ ਪਹਿਲਾਂ ਮੇਰੇ ਅੱਗੇ ਖੜੇ ਹੁੰਦੇ ਆ। ਠੀਕ ਹੈ, ਟਾਈਮ ਦੇ ਅਕੋਰਡਿੰਗ ਖਾਣਾ ਪੀਣਾ ਤੁਹਾਡਾ ਸਹੀ ਹੋਏਗਾ, ਉਹੀ ਇੱਕ ਡਾਈਟ ਪਲਾਨ ਹੈ। ਮੈਂ ਬੜਾ ਮੇਰੇ ਮਨ 'ਚ ਆਇਆ ਕਿ ਨਹੀਂ ਇਹ ਤਾਂ ਮੈਨੂੰ ਲੱਗਦਾ ਕਿ ਮੇਰੇ ਨਾਲ ਕੁਝ ਬੁਰਾ ਹੋਇਆ ਹੈ। 3rd ਰਾਊਂਡ ਹੋਇਆ ਤਾਂ ਉਹਦੇ ਵਿੱਚ ਵੀ ਮੇਰੀ ਸਿਲੈਕਸ਼ਨ ਹੋ ਗਈ। ਮੈਂ ਉਸ ਟਾਈਮ ਮੈਂ ਮਤਲਬ ਉਹ ਮੂਮੈਂਟ ਨਹੀਂ ਮੈਂ ਭੁੱਲ ਸਕਦੀ ਕਿ ਮੈਂ ਅਕੇਲੀ ਇੰਨਾ ਰੋਈ। ਮੇਰੇ ਪਾਪਾ ਨੂੰ ਕਹਿੰਦੇ ਹੁੰਦੇ ਸੀ ਕਿ ਕਿਆ ਤੁਸੀਂ ਆਪਣੀ ਬੇਟੀ ਨੂੰ ਕੀ ਬਣਾਉਣਾ ਚਾਹੁੰਦੇ ਹੋ, ਤੁਸੀਂ ਬਸ ਨੱਚੀ ਜਾਇਆ ਕਰੇ, ਇਹ ਨੱਚਣ ਵਾਸਤੇ ਪੈਦਾ ਹੋਈ ਹੈ। ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼, ਮੈਂ ਹਾਂ ਤੁਹਾਡੇ ਨਾਲ ਮੁਸਕਾਨ। ਅਕਸਰ ਅਸੀਂ ਦੇਖਦੇ ਹਾਂ ਕਿ ਹੁਣ ਅੱਜ ਕੱਲ੍ਹ ਜਿਹੜੀ ਲੇਡੀਜ਼ ਹੈ ਨਾ, ਉਹਨਾਂ ਦੇ ਵਿੱਚ ਵੀ ਫਿਟਨੈਸ ਦਾ ਜਿਹੜਾ ਕਰੇਜ਼ ਹੈ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ। ਕੋਈ ਆਪਣੇ ਪੈਸ਼ਨ ਨੂੰ ਪ੍ਰੋਫੈਸ਼ਨ 'ਚ ਬਦਲ ਰਿਹਾ, ਕੋਈ ਉਸ ਚੀਜ਼ ਨੂੰ ਅਡੋਪਟ ਕਰਨਾ ਸ਼ੁਰੂ ਕਰ ਰਿਹਾ। ਹੁਣ ਅਸੀਂ ਦੇਖ ਰਹੇ ਹਾਂ ਲੇਡੀਜ਼ 'ਚ ਕਾਫੀ ਹੈ ਜਿਹੜਾ ਫਿਟਨੈਸ ਵੱਲ ਜ਼ਿਆਦਾ ਅੱਗੇ ਵਧ ਰਿਹਾ। ਮੇਰੇ ਨਾਲ ਗੀਤੂ ਸ਼ਰਮਾ ਜੀ ਰਹਿਣਗੇ, ਗੱਲਬਾਤ ਕਰਕੇ ਇਹਨਾਂ ਤੋਂ ਜਾਣਾਂਗੇ ਇਹਨਾਂ ਦਾ ਕਿਵੇਂ ਇੰਟਰਸਟ ਪਿਆ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਹਾਂਜੀ ਵਧੀਆ, ਤੁਸੀਂ ਸੁਣਾਓ। ਮੈਮ ਕਿਵੇਂ ਫਿਟਨੈਸ ਵੱਲ ਸ਼ੌਂਕ ਪਿਆ? ਦੇਖੋ ਅੱਜ ਕੱਲ੍ਹ ਲੇਡੀਜ਼ ਦਾ ਮੋਟੀਵੇਸ਼ਨ ਇਹੀ ਹੈ ਕਿ ਅਸੀਂ ਪਤਲੇ ਹੋਣਾ ਹੈ, ਫਿਟ ਰਹਿਣਾ ਹੈ। ਔਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਮਾਰਾ ਜੰਕ ਫੂਡ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਲੇਡੀਜ਼ ਨੂੰ ਤੁਸੀਂ ਦੇਖੋ ਕਿ ਟੀਨਏਜਰ ਜੋ ਗਰਲਜ਼ ਆ ਉਹਨਾਂ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਸ ਕਿਉਰ ਹੁੰਦੀਆਂ। ਅਸੀਂ ਇਹੀ ਸਾਡਾ ਮੋਟੀਵੇਸ਼ਨ ਇਹੀ ਹੈ ਕਿ ਅਸੀਂ ਜਿਹੜੀਆਂ ਲੇਡੀਜ਼ ਹੈ, ਗਰਲਜ਼ ਹੈ, ਉਹਨਾਂ ਨੂੰ ਫਿਟ ਰੱਖੀਏ। ਬਟ ਸਭ ਤੋਂ ਪਹਿਲਾਂ ਅਗਰ ਤੁਸੀਂ ਧਿਆਨ ਦਿਓਗੇ ਤਾਂ ਫਿਟਨੈਸ ਜਿਹੜਾ ਹੈ, ਫਿਟਨੈਸ ਤਾਂ ਹੀ ਵਰਕ ਕਰੇਗਾ ਜੇ ਤੁਸੀਂ ਆਪਣੇ ਡਾਈਟ 'ਤੇ ਕੰਟਰੋਲ ਕਰੋਗੇ। ਕਿਉਂਕਿ ਇਹਦੇ ਵਿੱਚ ਐਵੇਂ ਹੁੰਦਾ ਹੈ ਕਿ ਜੇ ਅਸੀਂ 70% ਜੇ ਅਸੀਂ ਆਪਣਾ ਫਿਟਨੈਸ ਨੂੰ ਦਿੰਦੇ ਹਾਂ ਤਾਂ 30% ਆਪਣੇ ਡਾਈਟ ਦਾ ਵੀ ਹੁੰਦਾ ਹੈ। ਅਗਰ ਇਕੁਅਲ ਬੈਲੈਂਸ ਨਹੀਂ ਹੋਏਗਾ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ। ਚਾਹੇ ਤੁਸੀਂ 4 ਘੰਟੇ ਕਰੋ, ਚਾਹੇ ਤੁਸੀਂ 6 ਘੰਟੇ ਕਰੋ ਫਿਟਨੈਸ, ਉਹਦਾ ਕੋਈ ਬੈਨੀਫਿਟ ਨਹੀਂ ਹੋਏਗਾ। ਤੁਸੀਂ ਇੱਥੇ ਐਕਸਰਸਾਈਜ਼ ਕਰ ਰਹੇ ਹੋ, ਜਾ ਕੇ ਤੁਸੀਂ 버ਗਰ ਖਾ ਲਓਗੇ ਜਾਂ ਪੀਜ਼ਾ ਖਾ ਲਓਗੇ, ਫਿਰ ਉਹ ਤਾਂ ਕੋਈ ਫਾਇਦਾ ਨਹੀਂ ਨਾ। ਤੇ ਅਸੀਂ ਸਾਰੇ ਲੇਡੀਜ਼ ਨੂੰ ਤੇ ਗਰਲਜ਼ ਨੂੰ, ਸਭ ਗਰਲਜ਼ ਲੇਡੀਜ਼ ਨਹੀਂ ਔਰ ਮਤਲਬ ਬॉयਜ਼ ਵੀ ਹੈ, ਸਾਰਿਆਂ ਨੂੰ ਅਸੀਂ ਇਹੀ ਰਿਕਮੈਂਡ ਕਰਾਂਗੇ ਕਿ ਅਗਰ ਤੁਸੀਂ ਫਿਟਨੈਸ ਵੱਲ ਧਿਆਨ ਦੇ ਰਹੇ ਹੋ ਤਾਂ ਆਪਣਾ ਥੋੜਾ ਸਾ ਡਾਈਟ ਨੂੰ ਵੀ ਕੰਟਰੋਲ ਕਰੋ। ਮੈਮ ਤੁਹਾਨੂੰ ਕਿਵੇਂ ਸ਼ੌਂਕ ਪੈਂਦਾ ਕਿ ਫਿਟਨੈਸ ਨੂੰ ਹੀ ਤੁਸੀਂ ਪਹਿਲਾਂ ਤੁਹਾਡਾ ਪੈਸ਼ਨ ਸੀ, ਫਿਰ ਤੁਸੀਂ ਇੱਕਦਮ ਪ੍ਰੋਫੈਸ਼ਨ 'ਚ ਚੇਂਜ ਕਰ ਲਿਆ? ਫਿਟਨੈਸ ਵੱਲ ਤਾਂ ਦੇਖੋ ਸਟਾਰਟਿੰਗ ਤੋਂ ਹੀ ਮੈਨੂੰ ਐਕਚੁਅਲੀ ਪਹਿਲਾਂ ਡਾਂਸ ਦਾ ਬਹੁਤ ਸ਼ੌਕ ਸੀ। ਫਿਟਨੈਸ ਤਾਂ ਬਹੁਤ ਦੇਰ ਬਾਅਦ ਆਇਆ ਹੈ। ਡਾਂਸ ਜਿਵੇਂ ਸਕੂਲ 'ਚ ਅਸੀਂ ਕਰਦੇ ਸੀ ਪ੍ਰੋਪਰ, ਥੋੜ੍ਹਾ ਲੱਗਦਾ ਸੀ ਕਿ ਹਾਂ ਚਲੋ ਅੱਛਾ ਲੱਗਦਾ ਸੀ, ਮਤਲਬ ਆਪਣੇ ਸੋਲ ਨੂੰ ਜਿਹੜੀ ਚੀਜ਼ ਅੱਛੀ ਲੱਗੇ ਤਾਂ ਤੁਹਾਨੂੰ ਉਹੀ ਚੀਜ਼ ਕਰਨੀ ਚਾਹੀਦੀ ਹੈ। ਹੌਲੀ ਹੌਲੀ ਇਹ ਮੇਰਾ ਪ੍ਰੋਫੈਸ਼ਨ ਬਣ ਗਿਆ। ਮੈਨੂੰ ਪਤਾ ਵੀ ਨਹੀਂ ਲੱਗਿਆ ਜਿਵੇਂ ਜਿਵੇਂ ਮੈंने ਅੱਗੇ ਸਟੱਡੀ ਕੀਤੀ, ਫਿਰ ਕਾਲਜ ਦੇ ਵਿੱਚ ਮੈंने ਐਂਟਰੀ ਕੀਤੀ। ਉੱਥੇ ਮੇਨ ਸੀਗਾ ਕਿ ਪਹਿਲਾਂ ਮੈਂ +1 +2 ਦੇ ਵਿੱਚ ਕਮਰਸ ਕੀਤੀ। ਪਾਪਾ ਕਹਿੰਦੇ ਚਲੋ ਲੈ ਲਓ, ਤਾਂ ਡਾਂਸ ਦਾ ਇੰਨਾ ਹੁੰਦਾ ਨਹੀਂ ਸੀ ਸਾਡੇ ਟਾਈਮ ਦੇ ਵਿੱਚ। ਫਿਰ ਅਸੀਂ ਕਾਲਜ ਦੇ ਵਿੱਚ ਐਂਟਰੀ ਕੀਤੀ ਤਾਂ ਉੱਥੇ ਦੇਖਿਆ ਅਰੇ ਇੱਥੇ ਤਾਂ ਡਾਂਸ ਹੈਗਾ, ਕਲਾਸੀਕਲ ਡਾਂਸ ਸੀ ਨਾਲ ਵੋਕਲ म्यूज़िक कॉम्बिनेशन सीगा। मैंने अपने पेरेंट्स ਨੂੰ ਕਿਹਾ ਕਿ ਨਹੀਂ मैंने लेना, ਉਹ ਕਹਿੰਦੇ ਕੋਈ ਬਾਤ ਨਹੀਂ ਬੇਟਾ, ਜਿਸ 'ਚ ਤੁਹਾਡਾ ਇੰਟਰਸਟ ਹੈ ਤੁਸੀਂ ਲਓ। ਕਿਉਂਕਿ ਦੇਖੋ ਮੇਨ ਹੁੰਦਾ ਹੈ ਕਿ ਪੇਰੈਂਟਸ ਦੀ, ਅਗਰ ਪੇਰੈਂਟਸ ਦੀ ਸਪੋਰਟ ਹੋਏਗੀ ਤਾਂ ਹੀ ਅਸੀਂ ਕੁਝ ਕਰ ਸਕਦੇ ਹਾਂ। ਪੇਰੈਂਟਸ ਦੀ ਇੰਨੀ ਜ਼ਿਆਦਾ ਸਪੋਰਟ ਸੀ, ਉਹ ਕਹਿੰਦੇ ਨਹੀਂ ਤੁਸੀਂ ਕਰੋ। ਬਟ ਮੇਰੇ ਨਾਲ ਨਾ ਇੱਕ ਐਸਾ ਇੰਸੀਡੈਂਟ ਹੋਇਆ, ਮੈਨੂੰ ਉੱਥੋਂ ਮੋਟੀਵੇਸ਼ਨ ਮਿਲੀ। मैंने ਸਕੂਲ ਦੇ ਵਿੱਚ ਕਾਲਜ ਦੇ ਵਿੱਚ ਐਂਟਰੀ ਲਿੱਤੀ, ਫਾਰਮ ਫਿਲ ਕੀਤਾ, ਚਲੋ ਉਹਦੇ ਵਿੱਚ ਕਲਾਸੀਕਲ ਡਾਂਸ ਵਗੈਰਾ ਸਾਰਾ ਫਿਲ ਕਰਤਾ। ਨੈਕਸਟ ਡੇ ਅਸੀਂ ਕਾਲਜ ਗਏ, ਉਹਨਾਂ ਨੇ ਮੈਨੂੰ ਕਿਹਾ ਕਿ ਗੀਤਾ ਸ਼ਰਮਾ ਜੀ ਤੁਹਾਡਾ ਨੇਮ ਹੈ। ਮੈਂ ਕਿਹਾ ਹਾਂਜੀ। ਕਹਿੰਦੇ ਤੁਹਾਡੀ ਐਡਮਿਸ਼ਨ ਨਹੀਂ ਹੋ ਸਕਦੀ। ਮੈਂ ਕਿਹਾ ਕਿਉਂ, ਕੀ ਵਜ੍ਹਾ? ਕਹਿੰਦੇ ਇੱਕ ਸੀਟ ਸੀਗੀ ਕਲਾਸੀਕਲ ਡਾਂਸ ਦੇ ਵਿੱਚ ਬਟ ਉਹ ਕੰਪਲੀਟ ਹੋ ਗਈ ਹੈ। ਮੈਂ ਬੜਾ ਮੇਰੇ ਮਨ 'ਚ ਆਇਆ ਕਿ ਨਹੀਂ ਇਹ ਤਾਂ ਮੈਨੂੰ ਲੱਗਦਾ ਕਿ ਮੇਰੇ ਨਾਲ ਕੁਝ ਬੁਰਾ ਹੋਇਆ ਹੈ। ਮੈਂ ਘਰ ਜਾ ਕੇ ਇੰਨਾ ਰੋਈ ਕਿ ਨਹੀਂ ਪਾਪਾ ਵੀ ਮੈਨੂੰ ਤਾਂ ਕਲਾਸੀਕਲ ਡਾਂਸ ਦੇ ਵਿੱਚ ਲੈਣਾ ਹੀ ਹੈ। ਉਸ ਤੋਂ ਮੈਨੂੰ ਮੋਟੀਵੇਸ਼ਨ ਮਿਲੀ। ਮੇਰੇ ਪਾਪਾ ਕਹਿੰਦੇ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਘਬਰਾਉਣ ਦੀ ਕੀ ਲੋੜ ਹੈ। ਕੁਦਰਤੀ ਮੇਰੇ ਪਾਪਾ ਦੇ ਕਜ਼ਨ ਸੀਗੇ, ਉਹਨਾਂ ਨੇ ਕਿਹਾ ਕਿ ਨਹੀਂ ਬੇਟਾ ਕੀ ਗੱਲ ਹੈ ਤੁਸੀਂ ਦੱਸੋ। ਕੁਦਰਤੀ ਜਿਵੇਂ ਹੁੰਦਾ ਨਾ ਰੱਬ ਵੱਲੋਂ ਕੋਈ ਇਸ਼ਾਰਾ, ਉਹ ਆਏ। ਉਹਨਾਂ ਨੇ ਮੈਨੂੰ ਕਿਹਾ ਕਿ ਕਿਆ ਗੱਲ ਹੈ ਬੇਟਾ ਤੁਸੀਂ ਕਿਉਂ ਰੋ ਰਹੇ ਹੋ। ਮੈਂ ਕਿਹਾ ਚਾਚਾ ਜੀ ਐਵੇਂ ਕਰਕੇ ਐਵੇਂ ਪ੍ਰੋਬਲਮ। ਕਹਿੰਦੇ ਕੋਈ ਗੱਲ ਨਹੀਂ, ਘਬਰਾਉਣ ਦੀ ਕੀ ਲੋੜ ਹੈ। ਜਿਹੜੇ ਡਾਂਸ ਦੇ ਡਿਪਾਰਟਮੈਂਟ ਦੇ ਹੈੱਡ ਹੈ, ਕੋਈ ਨਾ ਆਪਾਂ ਉਹਨਾਂ ਕੋਲ ਜਾਂਦੇ ਹੋ, ਸਾਡੇ ਨੋਨ ਦੇ ਵਿੱਚ ਹੈ। ਅਸੀਂ ਉੱਥੇ ਗਏ, ਉਹਨਾਂ ਨੇ ਕਿਹਾ ਕਿ ਐਂ ਕਰਕੇ ਸਾਡੀ ਬੇਟੀ ਦਾ ਐਡਮਿਸ਼ਨ ਕਰ। ਕਹਿੰਦੇ ਕੋਈ ਗੱਲ ਨਹੀਂ, ਇਹ 'ਚ ਕੋਈ ਵੱਡੀ ਗੱਲ ਹੈਗੀ ਹੈ,
ਚਲੋ ਐਡਮਿਸ਼ਨ ਕੀਤੀ ਉਹਨਾਂ ਨੇ, ਮੈਂ ਬੜਾ ਖੁਸ਼ ਹੋਈ ਕਿ ਚਲੋ ਮੇਰੀ ਐਡਮਿਸ਼ਨ ਹੋ ਗਈ। ਬਟ ਇੱਕ ਐਡਮਿਸ਼ਨ ਦੇ ਸਿਰ ਤੇ ਉੱਪਰ ਤੁਸੀਂ ਕਲਾਸੀਕਲ ਡਾਂਸ ਨਹੀਂ ਕਰ ਸਕਦੇ, ਅੱਗੇ ਵੀ ਬਹੁਤ ਐਸੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ, ਚੈਲੰਜ ਐਕਸੈਪਟ ਕਰਨੇ ਪੈਂਦੇ ਆ। ਉੱਥੇ ਇੱਕ ਟੀਚਰ ਸੀਗੇ, ਸਭ ਦੀ ਇੰਟਰਵਿਊ ਹੋ ਰਹੀ ਸੀ ਹਾਲ ਦੇ ਵਿੱਚ, ਮੇਰੀ ਵੀ ਹੋਈ। ਉਹਨਾਂ ਨੇ ਮੈਨੂੰ ਕਿਹਾ, ਉਹਨਾਂ ਨੇ ਸਿੰਪਲ ਮੈਨੂੰ ਇੱਕ ਕਮੈਂਟ ਕੀਤਾ ਕਿ ਤੁਸੀਂ ਹੋ ਨਾ ਗੀਤਾ ਸ਼ਰਮਾ, ਹੈ ਨਾ, ਜਿਹਦੀ ਅਪਰੋਚ ਨਾਲ ਐਡਮਿਸ਼ਨ ਹੋਈ ਹੈ। ਮੇਰੇ ਮਨ ਨੂੰ ਥੋੜ੍ਹਾ ਜਿਹਾ ਫੀਲ ਹੋਇਆ ਕਿ ਨਹੀਂ, ਵੀ ਮੈਨੂੰ ਅੱਛਾ ਨਹੀਂ ਲੱਗਿਆ। ਮੈਂ ਫਿਰ ਸੋਚਿਆ, ਘਰ ਆ ਕੇ ਪਾਪਾ ਨੂੰ ਕਿਹਾ ਕਿ ਪਾਪਾ ਮੈਂ ਨਹੀਂ ਹੁਣ ਲੈਣਾ, ਮੈਂ ਐਡਮਿਸ਼ਨ ਨਹੀਂ ਲੈਣੀ, ਕਿਉਂਕਿ ਪਾਪਾ ਕਹਿੰਦੇ ਤੁਹਾਨੂੰ ਚੈਲੰਜ ਮਿਲਿਆ ਬੇਟਾ, ਤੁਸੀਂ ਐਕਸੈਪਟ ਕਰੋ, ਤੁਸੀਂ ਉਹਨਾਂ ਨੂੰ ਕੁਝ ਕਰਕੇ ਦਿਖਾਓ ਟੀਚਰ ਨੂੰ ਕਿ ਹਾਂ ਵੀ ਤੁਹਾਡੇ 'ਚ ਕੋਈ ਟੈਲੈਂਟ ਹੈ, ਤੁਸੀਂ ਕਰ ਸਕਦੇ ਹੋ। ਬਹੁਤ ਐਵੇਂ ਮੈंने ਚੈਲੰਜ ਐਕਸੈਪਟ ਕੀਤੇ। ਬਟ ਜਿਵੇਂ ਸਟੇਅਰ ਬਾਈ ਸਟੇਅਰ ਚੜ੍ਹਦੇ ਆ ਨਾ, ਉਵੇਂ ਮੈंने ਆਪਣੀ ਡਿਗਰੀ ਕੰਪਲੀਟ ਕੀਤੀ। ਫਿਰ मैंने ਐਮਈ ਕਲਾਸੀਕਲ ਕੀਤੀ। ਫਿਰ ਐਜ਼ ਏ ਕੋਰੀਓਗ੍ਰਾਫਰ मैंने ਇੱਕ ਸਟੈਪ ਚੱਕਿਆ, ਘਰ ਤੋਂ मैंने ਆਪਣੀ ਸ਼ੁਰੂਆਤ ਕੀਤੀ। ਕਰਦੇ ਕਰਦੇ ਫਿਰ ਮੈਂ ਬਾਹਰ ਨਿਕਲੀ, ਫਿਰ ਇੱਕ ਹੋਰ ਮੈਨੂੰ ਸਟੈਪ ਅੱਗੇ ਮਿਲਿਆ। ਕਰਦੇ ਕਰਦੇ ਹੁਣ ਅੱਜ ਮੈਂ ਇਸ ਮੁਕਾਮ ਤੇ ਆਇਆ ਕਿ ਮੈਨੂੰ ਲੁਧਿਆਣੇ 'ਚ ਸਾਰੇ ਜਾਣਦੇ ਆ। ਜਿਵੇਂ ਤੁਸੀਂ ਬਹੁਤ ਸਾਰੇ ਇਵੈਂਟਸ ਵੀ ਆਰਗੇਨਾਈਜ਼ ਕਰਾਉਂਦੇ ਹੋ, ਵੈਡਿੰਗ ਕੋਰੀਓਗ੍ਰਾਫੀ ਵੀ ਕਰਾਉਂਦੇ ਹੋ, ਜਦੋਂ ਇੱਕ ਟਾਈਮ ਸੀ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਅਪਰੋਚ ਵਾਲੀ ਗੱਲ ਸੀ, ਉਦੋਂ ਤੁਸੀਂ ਇੱਕਦਮ ਹਾਰ ਗਏ। ਹੁਣ ਜਦੋਂ ਇੰਨਾ ਨੇਮ ਫੇਮ ਬਣ ਗਿਆ, ਫੈਮਿਲੀ ਨੂੰ ਕਿਵੇਂ ਦਾ ਫੀਲ ਹੁੰਦਾ? ਫੈਮਿਲੀ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਮੇਰੇ ਤੇ ਕਿ ਹਾਂ ਵੀ ਸਾਡਾ ਬੱਚਾ ਅੱਜ ਇਸ ਮੁਕਾਮ ਤੇ ਪਹੁੰਚਿਆ ਹੋਇਆ ਹੈ। ਮੇਰੇ ਮਦਰ ਇਨ ਲਾਅ ਨੇ ਮੇਰਾ ਬਹੁਤ ਸਾਥ ਦਿੱਤਾ। ਪਹਿਲਾਂ ਤਾਂ ਮੇਰੇ ਹਸਬੈਂਡ ਵੀ ਨਹੀਂ ਮੰਨਦੇ ਸੀ, ਉਹ ਕਹਿੰਦੇ ਸੀ ਕਿਆ ਕਰਨਾ ਹੈ, ਚਲੋ ਘਰ ਬੈਠੋ, ਤੁਸੀਂ ਰੈਸਟ ਕਰੋ। ਬਟ ਜਿਵੇਂ ਜਿਵੇਂ ਉਹਨਾਂ ਨੇ ਦੇਖਿਆ ਕਿ ਨਹੀਂ ਇਸ ਕੰਮ ਦੇ ਵਿੱਚ ਅੱਗੇ ਜਾ ਰਹੀ ਹੈ, ਹੁਣ ਅੱਜ ਦੇ ਟਾਈਮ 'ਚ ਇਹ ਹੈ, ਕੋਈ ਵੀ ਮੈਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਕੋਈ ਵੀ ਮੈਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ, ਮੇਰੇ ਹਸਬੈਂਡ ਮੇਰੇ ਸਭ ਤੋਂ ਪਹਿਲਾਂ ਮੇਰੇ ਅੱਗੇ ਖੜੇ ਹੁੰਦੇ ਆ। ਜੇਕਰ ਗੱਲ ਕੀਤੀ ਜਾਵੇ ਡਾਂਸ ਦੀ ਕਾਫੀ ਫਾਰਮ ਹੈ, ਜਿਵੇਂ ਤੁਸੀਂ ਕਲਾਸੀਕਲ ਦੇ ਵਿੱਚ ਜ਼ਿਆਦਾ ਲੀਡ ਕਰਦੇ ਹੋ। ਅਗਰ ਤੁਹਾਡੇ ਕੋਲ ਕਿਸੇ ਹੋਰ ਟਾਈਪ 'ਚ ਆ ਜਾਵੇ, ਕੋਈ ਕਲਾਇੰਟਸ ਕਰਨ, ਤੇ ਤੁਸੀਂ ਉਹਨਾਂ ਨੂੰ ਕਿਵੇਂ ਡੀਲ ਕਰਦੇ ਹੋ? ਦੇਖੋ ਸਿਰਫ ਕਲਾਸੀਕਲ ਦੇ ਵਿੱਚ ਹੀ ਨਹੀਂ, ਮੈਂ ਹਿਪ ਹੌਪ, ਕਲਾਸੀਕਲ, ਕੰਟੈਂਪ, ਫੋਕ ਡਾਂਸ, ਸਾਰੇ ਸਟਾਈਲਸ ਕਰਾਉਂਦੇ ਹਾਂ ਅਸੀਂ ਡਾਂਸ। ਅਕੇਲਾ ਕਲਾਸੀਕਲ ਨਾਲ ਤਾਂ ਦੇਖੋ ਅਕੈਡਮੀ ਨਹੀਂ ਚੱਲ ਸਕਦੀ ਨਾ, ਅਸੀਂ ਜਿੰਨੇ ਵੀ ਮਲਟੀਪਲ ਫਾਰਮਸ ਹੈ ਸਭ ਕਰਾਉਂਦੇ ਆ। ਮੇਰੇ ਨਾਲ ਜਿਹੜੇ ਮੇਰੇ ਇੰਸਟ੍ਰਕਟਰਸ ਵੀ ਹੈ ਉਹ ਵੀ ਕਰਾਉਂਦੇ ਆ। ਸਾਡੇ ਕ੍ਰਿਊ ਮੈਂਬਰਸ ਹੈ 5-6 ਜਿਹੜੇ ਮੈਂ ਰੱਖੇ ਹੋਏ ਹੈ, ਤਾਂ ਉਹ ਸਾਰੀ ਇੱਕ ਫੈਮਿਲੀ ਦੀ ਤਰ੍ਹਾਂ ਹੀ ਹੈ ਤੇ ਸਾਰੇ ਮੇਰੇ ਨਾਲ ਇਨਵੋਲਵ ਹੁੰਦੇ ਆ। ਮੈਮ ਜੇਕਰ ਗੱਲ ਕੀਤੀ ਜਾਵੇ ਫਿਟਨੈਸ ਦੀ, ਅੱਜ ਕੱਲ੍ਹ ਕਹਿ ਲਓ ਜੰਕ ਫੂਡ ਦੇ ਨਾਲ ਜਿਹੜੀ ਪ੍ਰੋਬਲਮਸ ਵੀ ਵੱਧ ਰਹੀ, ਗਰਲਸ ਤੁਹਾਡੇ ਕੋਲ ਕਿਹੜੀਆਂ ਪ੍ਰੋਬਲਮਸ ਲੈ ਕੇ ਆਉਂਦੀਆਂ? ਦੇਖੋ ਕਈ ਗਰਲਸ ਹੈ ਜਿਨ੍ਹਾਂ ਨੂੰ ਰਿਲੇਟਿਡ ਥੋੜਾ ਪੀਰੀਅਡਸ ਨਾਲ ਪ੍ਰੋਬਲਮਸ ਹੁੰਦੀਆਂ। ਅੱਛਾ, PCOD ਦੀ ਪ੍ਰੋਬਲਮ ਹੁੰਦੀ ਹੈ, ਥਾਇਰਾਇਡ ਦੀ, ਸਰਵਾਈਕਲ ਦੀ ਪ੍ਰੋਬਲਮਸ ਹੁੰਦੀਆਂ। ਇਹ ਸਾਰੀ ਪ੍ਰੋਬਲਮਸ, ਇੱਕ ਤਾਂ ਦੇਖੋ ਮੇਨ ਸਰਵਾਈਕਲ ਦੀ ਪ੍ਰੋਬਲਮ ਕੀ ਹੁੰਦੀ ਹੈ ਕਿ ਅਗਰ ਆਪਾਂ ਡਾਊਨ ਕਰਕੇ ਵਰਕ ਟੂ ਹੋਮ ਅੱਜ ਕੱਲ੍ਹ ਜਿਵੇਂ ਚੱਲਦਾ ਪਿਆ ਹੈਗਾ, ਘਰ ਬੈਠ ਕੇ ਸਾਰਾ ਦਿਨ ਨੈਕ ਨੀਚੇ ਕਰਕੇ ਤੁਸੀਂ ਕੰਮ ਕਰਨਾ, ਉਹ ਨੈਚੁਰਲ ਹੈ, ਤੁਹਾਨੂੰ ਸਰਵਾਈਕਲ ਪ੍ਰੋਬਲਮ ਹੋਏਗੀ। ਤਾਂ ਇਸ ਵਜ੍ਹਾ ਨਾਲ ਕਈ ਲੇਡੀਜ਼ ਇੱਥੇ ਆਉਂਦੀਆਂ, ਗਰਲਸ ਆਉਂਦੀਆਂ ਕਿ ਨਹੀਂ ਸਾਨੂੰ ਥੋੜਾ ਜਿਹਾ ਸਰਵਾਈਕਲ ਦੀ ਐਕਸਰਸਾਈਜ਼ ਜਾਂ ਫਿਟਨੈਸ ਹੋਣ ਵਾਸਤੇ ਸਾਰਾ ਦਿਨ ਬੈੱਡ ਤੇ ਬੈਠ ਕੇ ਖਾਣਾ ਪੀਣਾ ਅਵੋਇਡ ਕਰਨੀਆਂ ਸੀ ਇਹ ਚੀਜ਼ਾਂ ਉਹਨਾਂ ਵਾਸਤੇ। ਫਿਰ ਇਸ ਕਰਕੇ ਉਹ ਫਿਟਨੈਸ ਲਈ ਆਉਂਦੇ। ਕਈਆਂ ਨੂੰ PCOD ਦੀ ਪ੍ਰੋਬਲਮ ਹੁੰਦੀ ਹੈ। ਡਾਕਟਰ ਵੀ ਅੱਜ ਕੱਲ੍ਹ ਰਿਕਮੈਂਡ ਕਰਦੇ ਆ ਕਿ ਕਮ ਸੇ ਕਮ ਤੁਸੀਂ 40-45 ਮਿੰਟਸ ਆਪਣਾ ਵਰਕਆਊਟ ਕਰੋ। ਔਰ ਇਹ ਮੈਂ ਸਿਰਫ ਲੇਡੀਜ਼ ਲਈ ਨਹੀਂ, ਸਾਰੀ ਲੇਡੀਜ਼ ਔਰ ਸਾਰੀ ਟੀਨੇਜਰ ਗਰਲਸ ਵਾਸਤੇ ਅੱਜ ਕੱਲ੍ਹ ਫਿਟਨੈਸ ਬਹੁਤ ਜ਼ਰੂਰੀ ਹੈ। ਜਦੋਂ ਤੁਹਾਡੇ ਕੋਲ ਪ੍ਰੋਬਲਮਸ ਲੈ ਕੇ ਆਉਂਦੀਆਂ, ਤੁਸੀਂ ਖੁਦ ਕੀ ਉਹਨਾਂ ਨੂੰ ਸੁਜੈਸਟ ਕਰਦੇ ਹੋ? ਕਿਸੇ ਚੀਜ਼ ਨੂੰ ਰეკਮੈਂਡ ਤਾਂ ਕਰਦੇ ਹੀ ਹੋਵੋਗੇ। ਹਾਂਜੀ ਅਸੀਂ ਜਿਹੜੀਆਂ ਲੇਡੀਜ਼ ਜਾਂ ਗਰਲਸ ਆਉਂਦੀਆਂ ਸਾਡੇ ਕੋਲ ਕਿ ਮੈਮ ਸਾਨੂੰ ਇਹ ਪ੍ਰੋਬਲਮ ਹੈ, ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਦੱਸਦੇ ਹਾਂ ਕਿ ਇਸ ਪ੍ਰੋਬਲਮ ਦਾ ਹੱਲ ਇਹ ਹੈ, ਤਾਂ ਤੁਸੀਂ ਇਹ ਚੀਜ਼ ਕਰੋ। ਹੁਣ ਜਿਵੇਂ ਕਈ ਸਾਡੇ ਕੋਲ ਲੇਡੀਜ਼ ਆ ਜਿਨ੍ਹਾਂ ਨੂੰ ਬੈਕ ਦੀ ਪ੍ਰੋਬਲਮ ਹੈ, ਬਟ ਉਹਨਾਂ ਦਾ ਮਨ ਕਰਦਾ ਕਿ ਅਸੀਂ ਫਿਟਨੈਸ ਵੱਲ ਕਰੀਏ, ਜੰਪਿੰਗ ਨਹੀਂ ਕਰ ਸਕਦੇ। ਫਿਰ ਅਸੀਂ ਉਹਨਾਂ ਨੂੰ ਸਪੈਸ਼ਲ ਦੱਸਦੇ ਹਾਂ ਕਿ ਤੁਸੀਂ ਆਹ ਚੀਜ਼ ਐਵੇਂ ਕਰੋ ਤਾਂ ਕਿ ਤੁਹਾਡੀ ਇਹ ਪ੍ਰੋਬਲਮ ਠੀਕ ਹੋ ਜਾਏਗੀ। ਹੁਣ ਕਈ ਐਸੇ ਹੈਗੇ ਆ ਜਿਨ੍ਹਾਂ ਨੂੰ ਬੈਕ ਪ੍ਰੋਬਲਮ ਹੈ, ਫਿਰ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਸੁਜੈਸਟ ਕਰਦੀ ਹਾਂ ਕਿ ਤੁਸੀਂ ਦੇਖੋ ਤੁਹਾਡੇ ਮਸਲਸ ਵੀਕ ਹੈ ਅੰਦਰੋਂ, ਠੀਕ ਹੈ ਨਾ, ਤੁਸੀਂ ਬੈਕ ਬੈਲਟ ਲੱਗੇ ਜੰਪਿੰਗ ਕਰ ਸਕਦੇ ਹੋ, ਠੀਕ ਹੈ। ਸਰਵਾਈਕਲ ਦੀ ਪ੍ਰੋਬਲਮ ਹੈ, ਤੁਸੀਂ ਨੈਕ ਅਪ ਕਰਕੇ ਕਰ ਸਕਦੇ ਹੋ, ਡਾਊਨ। ਅਸੀਂ ਐਵੇਂ ਸਾਰਿਆਂ ਨੂੰ ਚੀਜ਼ਾਂ ਦੱਸਦੇ ਹਾਂ ਕਿ ਤਾਂ ਕਿ ਉਹਨਾਂ ਦਾ ਕਿਉਰ ਵੀ ਹੋ ਜਾਏ ਔਰ ਉਹਨਾਂ ਦਾ weight ਰਿਡਿਊਸ ਵੀ ਹੋ ਜਾਏ। ਮੈਮ ਕਹਿੰਦੇ ਨਾ ਕਿ ਬੈਲੈਂਸ ਡਾਈਟ ਹੋਣੀ ਬਹੁਤ ਜ਼ਰੂਰੀ ਹੈ। ਬੈਲੈਂਸ ਡਾਈਟ ਨਾ ਹੋਣ ਦੇ ਕਰਕੇ ਜਿਹੜੇ ਗਰਲਸ ਦੇ ਵਿੱਚ ਕਹਿ ਲਓ ਪ੍ਰੋਬਲਮਸ ਆਉਂਦੀਆਂ। ਵਿਊਅਰਸ ਦੇ ਮਨ 'ਚ ਕਾਫੀ ਸਵਾਲ ਹੋਣਗੇ ਕਿ ਕਿਵੇਂ ਦੀ ਡਾਈਟ ਸਾਨੂੰ ਲੈਣੀ ਚਾਹੀਦੀ। ਦੇਖੋ ਡਾਈਟ ਪਲਾਨ ਵੈਸੇ ਤਾਂ ਡਾਈਟੀਸ਼ੀਅਨ ਬਹੁਤ ਸਾਰੇ ਹੈ, ਪਰ ਮੈਂ ਕਿਸੇ ਨੂੰ ਰਿਕਮੈਂਡ ਨਹੀਂ ਕਰਦੀ ਕਿ ਤੁਸੀਂ ਪ੍ਰੋਪਰ ਡਾਈਟ ਪਲਾਨ ਲਓ। ਸਿਰਫ ਡਾਈਟ ਪਲਾਨ ਦਾ ਮਤਲਬ ਇਹ ਹੁੰਦਾ ਕਿ ਅਗਰ ਤੁਸੀਂ ਰੂਲਸ ਦੇ ਅਕੋਰਡਿੰਗ, ਠੀਕ ਹੈ, ਟਾਈਮ ਦੇ ਅਕੋਰਡਿੰਗ ਖਾਣਾ ਪੀਣਾ ਤੁਹਾਡਾ ਸਹੀ ਹੋਏਗਾ, ਉਹੀ ਇੱਕ ਡਾਈਟ ਪਲਾਨ ਹੈ। ਤੁਸੀਂ ਟਾਈਮ ਸਿਰ ਉੱਠੋ, ਸਵੇਰੇ ਵਾਰਮ ਵਾਟਰ ਪੀਓ, ਉਸ ਤੋਂ ਬਾਅਦ ਤੁਸੀਂ ਹਲਕਾ ਫੁਲਕਾ ਆਪਣਾ ਨਾਸ਼ਤਾ ਕਰੋ। ਫਰੂਟਸ ਖਾਣੇ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਤਾਂ ਵੈਸੇ ਹੀ ਸੀਜ਼ਨਲ ਫਰੂਟਸ ਆਏ ਹੋਏ ਹੈ, ਤੁਸੀਂ ਫਰੂਟਸ ਖਾਓ, ਟਾਈਮ ਟੇਬਲ ਅਕੋਰਡਿੰਗ ਆਪਣੀ ਡਾਈਟ ਰੱਖੋ, ਅੱਛੀ ਮੀਲ ਖਾਓ, ਦੁਪਹਿਰ ਦਾ ਆਪਣਾ ਆਲਮੰਡਸ ਖਾਓ, ਗ੍ਰੀਨ ਟੀ ਪੀਓ। ਸਿਸਟੇਮੈਟਿਕਲੀ ਅਗਰ ਤੁਸੀਂ ਆਪਣਾ ਇਹ ਡਾਈਟ ਰੱਖੋਗੇ
ਜੰਕ ਫੂਡ ਅਵੋਇਡ ਕਰੋ, ਮਿੱਠਾ ਅਵੋਇਡ ਕਰੋ ਤੇ ਨਮਕ ਜਿਹੜਾ ਹੈ ਤੁਸੀਂ 7:30 ਜਾਂ 8 ਵਜੇ ਤੋਂ ਬਾਅਦ ਨਾ ਖਾਓ। ਇਹੀ ਚੀਜ਼ਾਂ ਮੇਨ ਹੁੰਦੀ ਹੈ, ਇਹ ਨਹੀਂ ਡਾਈਟ ਪਲਾਨ ਕਹਿੰਦੇ ਆ। ਵੈਸੇ ਅਗਰ ਕਿਸੇ ਨੂੰ ਅਸੀਂ ਰਿਕਮੈਂਡ ਨਹੀਂ ਕਰਦੇ ਜੀ ਨਹੀਂ ਤੁਸੀਂ ਸਿਰਫ ਫਰੂਟ ਡਾਈਟ ਤੇ ਰਹੋ ਜਾਂ ਤੁਸੀਂ ਸਿੰਪਲ ਆਪਣਾ ਸਪਰਾਊਟਸ ਤੇ ਰਹੋ, ਮੈਂ ਨਹੀਂ ਕਿਸੇ ਨੂੰ ਡਾਈਟ ਕਹਿੰਦੀ ਕਿ ਫੋਲੋ ਕਰੋ। ਮੈਮ ਜੇਕਰ ਗੱਲ ਕੀਤੀ ਜਾਵੇ ਅਚੀਵਮੈਂਟ ਸੀ, ਜਦੋਂ ਫਰਸਟ ਡੇ ਤੋਂ ਲੈ ਕੇ ਹੁਣ ਤੱਕ ਤੁਹਾਡੀਆਂ ਇੰਨੀਆਂ ਅਚੀਵਮੈਂਟਸ ਹੋ ਗਈਆਂ, ਖੁਦ ਨੂੰ ਵੀ ਇੱਕ ਮਾਣ ਜਿਹਾ ਮਹਿਸੂਸ ਹੁੰਦਾ ਹੈ। ਕੋਈ ਇੱਦਾਂ ਦੀ ਗੱਲ ਜਿਹੜੀ ਤੁਸੀਂ ਅੱਜ ਤੱਕ ਆਪਣੇ ਘਰੇ ਵੀ ਨਾ ਸ਼ੇਅਰ ਕੀਤੀ ਹੋਵੇ, ਕੋਈ ਇੱਦਾਂ ਦਾ ਹੈਪੀ ਮੂਮੈਂਟ? ਨਹੀਂ ਐਸਾ ਤਾਂ ਕੁਛ ਨਹੀਂ ਹੈਗਾ, ਕਿਉਂਕਿ ਮੇਰੀ ਫੈਮਿਲੀ ਹੀ ਸਭ ਤੋਂ ਪਹਿਲਾਂ ਮੈਂ ਪ੍ਰੈਫਰ ਕਰਦੀ ਹਾਂ। ਕੋਈ ਵੀ ਗੱਲ ਹੈ, ਕੁਛ ਵੀ ਹੈ, ਚਾਹੇ ਮੇਰੀ ਅਕੈਡਮੀ ਦੇ ਰਿਲੇਟਿਡ ਹੋਵੇ, ਚਾਹੇ ਮੇਰੀ ਪਰਸਨਲ ਲਾਈਫ ਦੇ ਰਿਲੇਟਿਡ ਹੋ, ਉਹ ਮੇਰੇ ਘਰਦਿਆਂ ਨੂੰ ਜ਼ਰੂਰ ਪਤਾ ਹੁੰਦੀ ਆ। ਬਲਕਿ ਮੇਰੇ ਹਸਬੈਂਡ ਤੋਂ ਬਿਨਾ ਮੈਂ ਕੁਛ ਨਹੀਂ ਕਰਦੀ। ਅਗਰ ਕਹੀਂ ਆਣਾ ਜਾਣਾ ਵੀ ਹੋਵੇ ਤਾਂ ਵੀ ਮੈਂ ਆਪਣੇ ਹਸਬੈਂਡ ਦੀ ਰਾਏ ਦੇ ਨਾਲ ਹੀ ਸਾਰਾ ਕੁਛ ਕਰਦੀ ਹਾਂ। ਐਸੀ ਨਹੀਂ ਹੈ ਕਿ ਮੈਂ ਆਪਣੇ ਪਰਸਨਲ ਕੋਈ ਲਾਈਫ ਹੈ ਕਿ ਸ਼ੇਅਰ ਨਾ ਕਰਾਂ ਉਹਨਾਂ ਦੇ ਨਾਲ, ਕਿਉਂਕਿ ਉਹ ਸਾਰੇ ਮੇਰੀ ਸਪੋਰਟ ਕਰਨ ਨੂੰ ਤਿਆਰ ਰਹਿੰਦੇ ਹੈ। ਔਰ ਛੋਟੀ ਤੋਂ ਛੋਟੀ ਗੱਲ ਜਾਂ ਕੋਈ ਦੁੱਖ ਹੋਵੇ ਸੁੱਖ ਹੋਵੇ, ਦੇਖੋ ਸਭ ਤੋਂ ਪਹਿਲਾਂ ਫੈਮਿਲੀ ਹੀ ਕੰਮ ਆਉਂਦੀ ਹੈ, ਤਾਂ ਫੈਮਿਲੀ ਤੋਂ ਤਾਂ ਮੈਂ ਕਦੀ ਕੁਝ ਛੁਪਾਇਆ ਹੀ ਨਹੀਂ ਹੈ। ਕੋਈ ਹੈਪੀ ਮੂਮੈਂਟ ਐਵੇਂ ਦਾ ਹੁੰਦਾ ਨਾ ਕਿ ਇੱਕ ਟਾਈਮ ਆ ਕੇ ਆਏ ਤੇ ਉਹਨਾਂ ਨੂੰ ਦੱਸਾਂਗੇ, ਫਿਰ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਏਗੀ? ਇੱਕ ਵਾਰ ਇਨਸੀਡੈਂਟ ਹੋਇਆ ਸੀ, ਮੈਂ ਤੁਹਾਨੂੰ ਜ਼ਿਕਰ ਕਰਦੀ ਹਾਂ। ਅਸੀਂ ਜਿਵੇਂ ਸਕੂਲ ਦੇ ਸਾਰੇ ਟੀਚਰਸ ਜਿਵੇਂ ਅਸੀਂ ਜਾਣਦੇ ਹਾਂ, ਫਰੈਂਡਸ ਹੈਗੇ ਆ, ਵੈਸੇ ਮੈਂ ਇੱਥੇ ਡਾਂਸ ਕਰਾ ਰਹੀ ਸੀ, ਕਰਦੇ ਕਰਦੇ ਮੈਮ ਦੀ ਕਾਲ ਆਈ। ਉਹਨਾਂ ਨੇ ਕਿਹਾ ਕਿ ਚਲੋ ਵੀ DID ਸੁਪਰ ਮੌਮ ਦੀ ਆਡੀਸ਼ਨਸ ਚੱਲ ਰਹੀ ਹੈ, 2013 ਦੀ ਗੱਲ ਹੈ, ਚਲੋ ਚੱਲੀਏ। ਚਲੋ ਕੋਈ ਗੱਲ ਨਹੀਂ, ਆਪਾਂ ਕਿਹੜਾ ਪ੍ਰੈਕਟਿਸ ਕੀਤੀ ਹੈ, ਐਜ਼ ਏ ਫਨ ਦੀ ਤਰ੍ਹਾਂ ਚੱਲਦੇ ਹਾਂ। ਅਸੀਂ ਐਜ਼ ਏ ਫਨ ਦੀ ਤਰ੍ਹਾਂ ਚਲੇ ਗਏ, ਉੱਥੇ ਆਡੀਸ਼ਨਸ ਵਗੈਰਾ ਦਿੱਤੇ, ਸਾਰਿਆਂ ਨੇ ਦਿੱਤੇ, ਪਰ ਗੋਡ ਮਤਲਬ ਹੈ ਨਾ, ਭਗਵਾਨ ਵੀ ਕੋਈ ਚੀਜ਼ ਹੈ। ਉੱਥੇ ਜਾ ਕੇ ਮੇਰੀ ਸਿਲੈਕਸ਼ਨ ਹੋ ਗਈ। ਸਿਲੈਕਸ਼ਨ ਹੋਈ ਤਾਂ ਉਸ ਟਾਈਮ ਮੇਰੇ ਨਾਲ ਕੋਈ ਵੀ ਨਹੀਂ ਸੀਗਾ, ਮੈਂ ਫਰੈਂਡਸ ਦੇ ਨਾਲ ਹੀ ਸੀ। ਮੈਨੂੰ ਫਿਰ ਉਹਨਾਂ ਨੇ ਲਾਸਟ ਦੇ ਵਿੱਚ ਜਦ 3rd ਰਾਊਂਡ ਹੋਇਆ, ਚੰਡੀਗੜ੍ਹ ਦੇ ਵਿੱਚ ਹੋਇਆ ਸੀ, 3rd ਰਾਊਂਡ ਹੋਇਆ ਤਾਂ ਉਹਦੇ ਵਿੱਚ ਵੀ ਮੇਰੀ ਸਿਲੈਕਸ਼ਨ ਹੋ ਗਈ। ਮੈਂ ਉਸ ਟਾਈਮ ਮੈਂ ਮਤਲਬ ਉਹ ਮੂਮੈਂਟ ਨਹੀਂ ਮੈਂ ਭੁੱਲ ਸਕਦੀ ਕਿ ਮੈਂ ਅਕੇਲੀ ਇੰਨਾ ਰੋਈ ਕਿ ਕਾਸ਼ ਅੱਜ ਮੇਰੇ ਨਾਲ ਮੇਰਾ ਬੱਚਾ ਜਾਂ ਮੇਰੀ ਫੈਮਿਲੀ ਜਾਂ ਮੇਰੇ ਹਸਬੈਂਡ ਮੇਰੇ ਨਾਲ ਹੁੰਦੇ ਤਾਂ ਮੈਂ ਉਹਨਾਂ ਨੂੰ ਐਕਸਪ੍ਰੈਸ ਕਰ ਸਕਦੀ। ਇਹ ਚੀਜ਼ ਥੋੜੀ ਮੂਮੈਂਟ ਮੈਨੂੰ ਹਾਲੇ ਤੱਕ ਮਤਲਬ ਇਹ ਚੀਜ਼ ਅੰਦਰ ਪਿੰਚ ਹੁੰਦੀ ਹੈ ਕਿ ਕਾਸ਼ ਮੇਰੇ ਨਾਲ ਕੋਈ ਹੁੰਦਾ। ਫਿਰ ਮੈਂ ਨੋਇਡਾ ਗਈ, ਉੱਥੇ ਫਿਰ ਮੇਰੇ ਹਸਬੈਂਡ ਨੇ ਮੇਰਾ ਸਾਥ ਦਿੱਤਾ, ਮੇਰੀ ਡਾਟਰ ਵੀ ਗਈ ਸੀ ਨਾਲ। ਫਿਰ ਮੈਂ ਉੱਥੇ DID ਸੁਪਰ ਮੌਮ ਦੇ ਵਿੱਚ ਸਿਲੈਕਸ਼ਨ ਹੋਈ ਮੇਰੀ। ਮੈਂ ਮਤਲਬ ਉਹ ਮੂਮੈਂਟ ਕਦੀ ਭੁੱਲ ਨਹੀਂ ਸਕਦੀ। ਜਿਵੇਂ ਤੁਸੀਂ ਕਹਿ ਰਹੇ ਸੀ ਨਾ ਕਿ ਸਾਡੇ ਟਾਈਮ 'ਚ ਡਾਂਸ ਨੂੰ ਇੰਨੀ ਪ੍ਰੈਫਰੈਂਸ ਨਹੀਂ ਦਿੰਦੇ ਸੀ, ਜਦੋਂ ਤੁਸੀਂ ਡਾਂਸ ਕਰਨਾ ਸ਼ੁਰੂ ਕੀਤਾ ਤੇ ਕਹਿ ਲਓ ਨਾ ਕਈ ਵਾਰੀ ਆਪਦੇ ਘਰ ਦੇ ਹੀ ਬਹੁਤ ਕੁਝ ਬੋਲਦੇ ਆ, ਰਿਲੇਟਿਵਸ ਹੋ ਗਏ, ਤੁਸੀਂ ਉਸ ਚੀਜ਼ਾਂ ਨੂੰ ਫੇਸ ਕੀਤਾ? ਹਾਂਜੀ ਕੀਤਾ ਹੈ, ਕਿਉਂਕਿ ਸਾਡੀ ਕਲੋਨੀ ਦੇ ਵਿੱਚ ਕਈ ਐਸੇ ਹੁੰਦੇ ਸੀ ਕਿ ਜਿਵੇਂ ਲੇਡੀਜ਼ ਕਹਿ ਦਿਓ ਜਾਂ ਕੋਈ ਵੀ ਕਿ ਕਿਆ ਮੇਰੇ ਪਾਪਾ ਨੂੰ ਕਹਿੰਦੇ ਹੁੰਦੇ ਸੀ ਕਿ ਕਿਆ ਤੁਸੀਂ ਆਪਣੀ ਬੇਟੀ ਨੂੰ ਕੀ ਬਣਾਉਣਾ ਚਾਹੁੰਦੇ ਹੋ, ਤੁਸੀਂ ਬਸ ਨੱਚੀ ਜਾਇਆ ਕਰੇ, ਇਹ ਨੱਚਣ ਵਾਸਤੇ ਪੈਦਾ ਹੋਈ ਹੈ। ਮਤਲਬ ਕਈ ਕਮੈਂਟਸ ਸੀਗੇ ਜਿਹੜੇ ਸਾਨੂੰ ਫੇਸ ਕਰਨੇ ਪੈਂਦੇ ਸੀ, ਪਰ ਮੇਰੇ ਪਾਪਾ ਨੇ ਕਦੀ ਇਸ ਚੀਜ਼ ਨੂੰ ਉਹਦੇ ਨਾਲ ਨਹੀਂ ਲਿੱਤਾ, ਕਿ ਉਹਨਾਂ ਨੇ ਐਕਸੈਪਟ ਕੀਤਾ, ਉਹਨਾਂ ਨੇ ਪੋਜ਼ਿਟਿਵ ਹੀ ਲਿੱਤਾ ਕਿ ਨਹੀਂ ਬੇਟਾ ਕੋਈ ਗੱਲ ਨਹੀਂ, ਬੋਲਦੇ ਆ ਬੋਲ ਦਿਓ, ਕੋਈ ਗੱਲ ਨਹੀਂ, ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਨਾ, ਅਸੀਂ ਤੁਹਾਡੇ ਨਾਲ ਖੜੇ ਹਾਂ, ਜਿਵੇਂ ਤੁਸੀਂ ਚੱਲੋਗੇ ਅਸੀਂ ਤੁਹਾਡੇ ਨਾਲ ਹੀ ਚੱਲਾਂਗੇ। ਦੇਖਦੇ ਹਾਂ ਕਿ ਹੁਣ ਤਾਂ 80% ਜਿਹੜੀਆਂ ਵਿਮਨਸ ਨੇ ਇੰਡੀਪੈਂਡੈਂਟ ਹੋ ਚੁੱਕੇ, ਜਿਹੜੇ 20% ਵਿਮਨਸ ਨੇ ਹਲੇ ਵੀ ਆਪਣੇ ਕਿਚਨ ਤੱਕ ਹੀ ਕਹਿ ਲਓ ਜਾਂ ਹਾਊਸ ਮੇਕਿੰਗ ਹੋਮ ਮੇਕਿੰਗ ਤੱਕ ਹੀ ਸੀਮਿਤ ਰਹਿ ਗਏ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਠੀਕ ਹੈ ਤੁਸੀਂ ਆਪਣੇ ਘਰ ਪਰਿਵਾਰ ਨੂੰ ਦੇਖਦੇ ਪਏ ਹੋ, ਅੱਛੀ ਤਰ੍ਹਾਂ ਸੰਭਾਲਦੇ ਹੋ, ਪਰ ਥੋੜ੍ਹਾ ਜਿਹਾ ਦੇਖੋ, ਤੁਸੀਂ ਥੋੜ੍ਹਾ ਜਿਹਾ ਅਗਰ 1 ਘੰਟਾ ਵੀ ਆਪਣੇ ਵਾਸਤੇ ਨਿਕਾਲ ਸਕਦੇ ਹੋ ਨਾ, ਤਾਂ ਤੁਹਾਡੀ ਇਹ ਲਾਈਫ ਜਿਹੜੀ ਹੈ ਨਾ ਹੈਪੀ ਮੂਮੈਂਟ ਬਣ ਜਾਏਗਾ। ਤਾਂ ਮੈਂ ਸਾਰਿਆਂ ਨੂੰ ਇਹੀ ਲੇਡੀਜ਼ ਨੂੰ ਰਿਕਮੈਂਡ ਕਰਨਾ ਚਾਹੁੰਦੀ ਕਿ ਆਪਣੇ ਲਈ ਸਿਰਫ 1 ਘੰਟਾ ਨਿਕਾਲੋ ਤਾਂ ਕਿ ਤੁਹਾਡੀ ਲਾਈਫ ਵੀ ਹੈਪੀ ਰਹੇ। ਜੀ ਧੰਨਵਾਦ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ। ਇਸੇ ਤਰ੍ਹਾਂ ਦੀ ਅਪਡੇਟ ਸੀ ਜੁੜੋ ਰਿਆਸਤ ਨਿਊਜ਼ ਦੇ ਨਾਲ। ਕੈਮਰਾਮੈਨ ਦਿਲਰਾਜ ਦੇ ਨਾਲ ਮੁਸਕਾਨ ਦੀ ਰਿਪੋਰਟ, ਰਿਆਸਤ ਨਿਊਜ਼ ਲੁਧਿਆਣਾ।